Metabolism is an another characteristics and defining feature of the living things. So metabolism ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਕੋਈ ਸੈੱਲ ਨਿਊ ਫਾਰਮ ਹੁੰਦਾ, ਕੋਈ ਕੀ ਹੋ ਜਾਂਦਾ, ਡਿਸਟਰੋਏ ਹੋ ਜਾਂਦਾ ਵਾ, ਉਹ ਸਾਰਾ ਕੁਛ ਕਿਹਦੇ ਅੰਡਰ ਆਉਂਦਾ ਵਾ, ਮੈਟਾਬੋਲਿਜ਼ਮ ਦੇ ਅੰਡਰ ਆਉਂਦਾ ਵਾ। ਸੋ ਦੈਟ ਇਜ਼ ਦਾ ਸਮ ਟੋਟਲ ਆਫ ਐਨਾਬੋਲਿਜ਼ਮ ਐਂਡ ਜਿਹੜਾ ਹੈਗਾ ਕੈਟਾਬੋਲਿਜ਼ਮ ਦੇ ਅੰਡਰ ਆਉਂਦਾ ਵਾ। ਐਨਾਬੋਲਿਜ਼ਮ ਨੂੰ ਅਸੀਂ ਕੰਸਟਰਕਟਿਵ ਰਿਐਕਸ਼ਨ ਵੀ ਬੋਲਦੇ ਹਾਂ ਅਤੇ ਕੈਟਾਬੋਲਿਜ਼ਮ ਨੂੰ ਅਸੀਂ ਡਿਸਟਰਕਟਿਵ ਰਿਐਕਸ਼ਨ ਵੀ ਕਹਿੰਦੇ ਹਾਂ। ਸੋ ਸਟੂਡੈਂਟਸ ਜਿਹੜਾ ਕੈਟਾਬੋਲਿਜ਼ਮ ਐਨਾਬੋਲਿਜ਼ਮਸ ਨੂੰ ਕਲੈਕਟਿਵਲੀ ਕੀ ਬੋਲਿਆ ਜਾਂਦਾ, ਮੈਟਾਬੋਲਿਜ਼ਮ ਕਿਹਾ ਜਾਂਦਾ ਹੈ। ਫਾਰ ਐਗਜ਼ਾਮਪਲ ਅਸੀਂ ਦੇਖਦੇ ਹਾਂ ਮੈਟਾਬੋਲਿਜ਼ਮ ਜਿਹੜੇ ਹੈਗੇ ਨੇ ਅਕਰਸ ਇਨ ਆਲ ਯੂਨੀਸੈਲੂਲਰ ਐਂਡ ਮਲਟੀਸੈਲੂਲਰ ਆਰਗੈਨਿਜ਼ਮਸ। ਜਿਹੜੇ ਇਹ ਦੋਨੇ ਕੰਡੀਸ਼ਨਸ ਨੇ ਯੂਨੀਸੈਲੂਲਰ ਅਤੇ ਮਲਟੀਸੈਲੂਲਰ ਆਰਗੈਨਿਜ਼ਮਸ ਦੇ ਵਿੱਚ ਹੁੰਦੀਆਂ ਨੇ। It two stages include, that is anabolism, the process of building up or synthesis of complex substances from simpler ones। हाँ जी स्टूडेंट्स, ਅਸੀਂ ਕਹਿੰਦੇ ਹਾਂ ਐਨਾਬੋਲਿਜ਼ਮ ਦੇ ਵਿੱਚ ਨਿਊ ਜਿਹੜੇ ਹੈਗੇ ਨੇ ਕੰਪਾਊਂਡਸ ਫਾਰਮ ਹੁੰਦੇ ਨੇ ਫਰੋਮ ਦਾ ਸਿੰਪਲ ਵਨ ਤੋਂ। ਠੀਕ ਆ, ਫੋਰ ਐਗਜ਼ਾਮਪਲ ਕੀ ਹੈ, ਫੋਟੋਸਿੰਥਸਿਸ ਹੈ। ਫੋਟੋਸਿੰਥਸਿਸ ਦੇ ਵਿੱਚ ਕੀ ਹੁੰਦਾ ਵਾ, ਕਾਰਬੋਹਾਈਡਰੇਟਸ ਫਾਰਮ ਹੁੰਦੇ ਨੇ। ਮੀਨਜ਼ ਅਸੀਂ ਕੀ ਕਹਿੰਦੇ ਹਾਂ, ਗਲੂਕੋਜ਼ ਪ੍ਰੋਡਿਊਸ ਹੁੰਦਾ ਬਾਏ ਬੇਸਿਕ ਜਿਹੜੇ ਹੈਗੇ ਨੇ ਕੰਪਾਊਂਡ ਯੂਜ਼ ਕਰਕੇ। ਮਤਲਬ ਸਿੰਪਲ ਵਨ ਤੋਂ ਕੀ ਹੋ ਰਿਹਾ ਵਾ, ਕੰਪਲੈਕਸ ਫਾਰਮ ਜਿਹੜੀ ਹੈਗੀ ਆ ਕੰਪਾਊਂਡਸ ਦੀ ਫਾਰਮ ਹੋ ਰਹੀ ਆ। ਦੈਨ ਔਨ ਦਾ ਅਦਰ ਹੈਂਡ ਅਸੀਂ ਗੱਲ ਕਰਦੇ ਹਾਂ ਕੈਟਾਬੋਲਿਜ਼ਮ, the process of breakdown of complex substances into simpler substances। ਕੈਟਾਬੋਲਿਜ਼ਮ ਦੇ ਵਿੱਚ ਜਿਹੜੇ ਹੈਗੇ ਨੇ ਲਾਰਜ ਸਬਸਟੈਂਸਸ ਨੇ ਉਹ ਸਿੰਪਲ ਸਬਸਟੈਂਸਸ ਦੇ ਵਿੱਚ ਬ੍ਰੇਕਡਾਊਨ ਹੁੰਦੇ ਨੇ। ਫੋਰ ਐਗਜ਼ਾਮਪਲ ਰੈਸਪੀਰੇਸ਼ਨ ਰਿਲੀਜ਼ਿੰਗ ਵੇਸਟ ਆਊਟਸਾਈਡ। ਸੋ ਰੈਸਪੀਰੇਸ਼ਨ ਇਜ਼ ਦਾ ਐਗਜ਼ਾਮਪਲ ਆਫ ਕੈਟਾਬੋਲਿਜ਼ਮ। ਮੀਨਸ ਇਹਦੇ ਵਿੱਚ ਕੀ ਆ, ਰੈਸਪੀਰੇਸ਼ਨ ਦੇ ਵਿੱਚ ਜਿਹੜਾ ਗਲੂਕੋਜ਼ ਹੁੰਦਾ ਵਾ ਬ੍ਰੇਕਡਾਊਨ ਹੋ ਜਾਂਦਾ। ਸੋ ਦੈਟ ਇਜ਼ ਅ ਡਿਸਟਰਕਟਿਵ ਪ੍ਰੋਸੈਸ। ਹਾਂਜੀ ਸਟੂਡੈਂਟਸ, ਜਿਹੜੀ ਮੈਟਾਬੋਲਿਜ਼ਮ ਰਿਐਕਸ਼ਨਸ ਨੇ ਅਸੀਂ ਡੈਮੋਸਟ੍ਰੇਟ ਕਰ ਸਕਦੇ ਹਾਂ ਆਊਟਸਾਈਡ ਦਾ ਬੋਡੀ ਇਨ ਸੈੱਲ ਫ੍ਰੀ ਸਿਸਟਮ ਵਿਚ ਆਰ ਨਾਈਦਰ ਲਿਵਿੰਗ ਔਰ ਨਾਨ ਲਿਵਿੰਗ। Thus, these reactions in vitro are surely living reaction, not living things. Hence, metabolism can be considered as a defining feature of all living organism without exception। ਸੋ ਇਹ ਵੀ ਕੀ ਹੈ, ਇੱਕ ਜਿਹੜਾ ਹੈਗਾ ਵਾ ਡਿਫਾਈਨਿੰਗ ਫੀਚਰ ਹੈ ਲਿਵਿੰਗ ਔਰਗੈਨਿਜ਼ਮਸ ਦਾ। ਸੋ ਅਸੀਂ ਮਤਲਬ ਕਿਸੇ ਵੀ ਬੋਡੀ ਦੇ ਵਿੱਚ ਦੇਖ ਸਕਦੇ ਹਾਂ ਕਿ ਜਿਹੜੀ ਹੈਗੀ ਆ ਐਨਾਬੋਲਿਜ਼ਮ ਹੋ ਰਹੀ ਆ ਜਾਂ ਕੈਟਾਬੋਲਿਜ਼ਮ ਹੋ ਰਹੀ ਆ, ਉਸ ਅਕੋਰਡਿੰਗ ਜਿਹੜਾ ਹੈਗਾ ਇਹਨੂੰ ਡਿਫਾਈਨਿੰਗ ਫੀਚਰਸ ਦਾ ਨਾਮ ਦੇ ਸਕਦੇ ਹਾਂ। ਨੈਕਸਟ ਵਨ ਇਜ਼ ਦਾ ਕੌਨਸ਼ੀਅਸਨੈਸ, ਦੈਟ ਇਜ਼ ਦਾ ਮੋਸਟ ਜਿਹੜੇ ਹੈਗੇ ਨੇ ਇੰਪੋਰਟੈਂਟ ਫੀਚਰ ਆਫ ਦ ਲਿਵਿੰਗ ਬੀਇੰਗਸ ਲਾਈਕ ਹਿਊਮਨ ਬੀਇੰਗਸ। All living organisms have excellent ability to sense their environment. They respond to various physical, chemical and biological stimuli. So students, ਜਿਹੜੇ ਹੈਗੇ ਨੇ ਲਿਵਿੰਗ ਆਰਗੈਨਿਜ਼ਮਸ ਨੇ ਇਹਨਾਂ ਕੋਲ ਐਬਿਲਿਟੀ ਆ, ਐਕਸੀਲੈਂਟ ਐਬਿਲਿਟੀ ਹੈ ਇਨਵਾਇਰਮੈਂਟ ਨੂੰ ਸੈਂਸ ਕਰਨ ਦੀ, ਮਤਲਬ ਮਹਿਸੂਸ ਕਰਨ ਦੀ। ਇਨਵਾਇਰਮੈਂਟ ਆਲੇ ਦੁਆਲੇ ਕੀ ਹੋ ਰਿਹਾ, ਧੁੱਪ ਹੈ, ਛਾਂ ਹੈ ਜਾਂ ਕੋਈ ਆਵਾਜ਼ ਸੁਣਾਈ ਦੇ ਰਹੀ ਹੈ, ਦੈਟ ਇਜ਼ ਆਲ ਦਾ ਥਿੰਗਸ ਜਿਹੜੀਆਂ ਕੀ ਕਰ ਸਕਦਾ ਉਹ ਮਹਿਸੂਸ ਕਰ ਸਕਦਾ। ਦੇ ਰਿਸਪੌਂਡ ਟੂ ਵੇਰੀਅਸ ਫਿਜ਼ੀਕਲ, ਕੈਮੀਕਲ ਐਂਡ ਬਾਇਓਲੋਜੀਕਲ ਸਟਿਮੁਲਾਈ। Okay, the various external factors to which living organisms respond are light, water, temperature, pollutants and organisms। So students, ਜਿਹੜੇ ਹੈਗੇ ਨੇ various factors ਨੇ ਜਿਵੇਂ ਲਿਵਿੰਗ ਆਰਗੈਨਿਜ਼ਮ ਜਿਹੜਾ ਹੈਗਾ ਵਾ ਮਹਿਸੂਸ ਕਰ ਸਕਦਾ। ਲਾਈਟ ਹੋ ਗਿਆ, ਲਾਈਟ ਨੂੰ ਮਹਿਸੂਸ ਕਰ ਸਕਦਾ। ਵਾਟਰ, ਟੈਂਪਰੇਚਰ, ਪੋਲਿਊਟੈਂਟਸ ਐਂਡ ਅਦਰ ਆਰਗੈਨਿਜ਼ਮਸ ਦੀ ਪ੍ਰੈਜੈਂਸ ਨੂੰ ਵੀ ਉਹ ਕੀ ਕਰ ਸਕਦਾ, ਮਹਿਸੂਸ ਕਰ ਸਕਦਾ। Light duration or photo period affects many seasonal breeders, plants as well as animals। So light duration ਜਿਹੜੀ ਹੈਗੀ ਆ ਅਸੀਂ ਪਲਾਂਟਸ ਦੇ ਵਿੱਚ ਦੇਖਦੇ ਹਾਂ, ਲਾਈਟ ਘੱਟ ਆਈ ਆ। ਲਾਈਟ ਮੀਨਸ ਅਸੀਂ ਕਹਿੰਦੇ ਹਾਂ ਵੀ ਜਿਹੜੇ ਸਨਲਾਈਟ ਆ, ਸਨਲਾਈਟ ਦੇ ਵਿੱਚ ਸਮ ਪਲਾਂਟਸ ਨੂੰ ਜਿਹੜੀ ਚਾਹੀਦੀ ਆ ਵੱਧ ਲਾਈਟ ਚਾਹੀਦੀ ਆ ਅਤੇ ਕੁਝ ਕੁ ਪਲਾਂਟਸ ਨੂੰ ਕੀ ਚਾਹੀਦੀ ਆ, ਘੱਟ ਲਾਈਟ ਚਾਹੀਦੀ ਆ। ਉਸ ਅਕੋਰਡਿੰਗ ਜਿਹੜਾ ਹੈਗਾ ਵਾ ਉਹ ਵੀ ਉਹਦੇ 'ਤੇ ਕੀ ਕਰਦਾ ਵਾ, ਉਹਦੀ ਗਰੋਥ ਦੇ ਉੱਪਰ ਇਫੈਕਟ ਪਾਏਗਾ। ਅਤੇ ਐਨੀਮਲਸ ਦੀ ਗੱਲ ਕਰੀਏ, ਸਮ ਬਰੀਡਰਸ ਨੇ ਜਿਹੜੇ, ਠੀਕ ਆ, ਉਹ ਕੀ ਆ, ਮਤਲਬ ਸਮ ਗਰਮੀ ਵਾਲੀਆਂ ਜਗ੍ਹਾ ਦੇ ਉੱਪਰ ਬਰੀਡ ਕਰ ਸਕਦੇ ਨੇ ਅਤੇ ਕੁਝ ਕੁ ਜਿਹੜੇ ਹੈਗੇ ਠੰਡੀਆਂ ਥਾਵਾਂ 'ਤੇ। ਸੋ ਲਾਈਟ ਇਫੈਕਟ ਪਾਉਂਦੀ ਆ ਉਹਨਾਂ ਦੇ ਉੱਪਰ ਕਿ ਉਹਨਾਂ ਦੀ ਜਿਹੜੀ ਬਰੀਡਿੰਗ ਪ੍ਰੋਸੈਸ ਹੈ ਕਿੱਥੇ ਹੋਏਗੀ। ਆਲ ਲਿਵਿੰਗ ਥਿੰਗਸ ਰਿਸਪੌਂਡ ਟੂ ਕੈਮੀਕਲਸ ਐਂਟਰਿੰਗ ਦੇਅਰ ਬੋਡੀਜ਼। ਓਕੇ, ਜਿਹੜੇ ਲਿਵਿੰਗ ਥਿੰਗਸ ਨੇ ਉਹ ਰਿਸਪੌਂਡ ਕਰਦੇ ਨੇ ਟੂ ਕੈਮੀਕਲਸ
ਐਂਟਰਿੰਗ देयर ਬੋਡੀਜ਼। ਅਗਰ ਕੋਈ ਜਿਹੜਾ ਹੈਗਾ ਵਾ ਲਾਈਕ ਮਾਈਕਰੋਬਸ ਆ ਤਾਂ ਅਸੀਂ ਕਹਿੰਦੇ ਵਾਇਰਸ ਬੈਕਟੀਰੀਆ ਜਦੋਂ ਬੋਡੀ 'ਚ ਐਂਟਰ ਕਰਦਾ ਵਾ ਦੈਨ ਕੀ ਆ ਤਾਂ ਸਾਡੀ ਬੋਡੀ ਜਿਹੜੀ ਹੈਗੀ ਆ ਉਹਨੂੰ ਮਤਲਬ ਰਿਸਪੌਂਡ ਕਰਦੀ ਆ ਬਾਏ ਪ੍ਰੋਡਿਊਸਿੰਗ ਸਮ ਕੈਮੀਕਲਸ। ਹਿਊਮਨਸ ਆਰ superior to all living things as they have an additional ability of self consciousness। ਹਾਂਜੀ ਇਹਨਾਂ ਲਿਵਿੰਗ ਆਰਗੇਨਿਜ਼ਮਸ ਦੇ ਵਿੱਚ ਜਿਹੜਾ ਹਿਊਮਨ ਬੀਇੰਗ ਆ ਉਹ ਕੀ ਹੈ ਸੁਪੀਰੀਅਰ ਹੈ ਬਿਕੋਜ਼ ਆਫ ਉਹਨਾਂ ਕੋਲੇ ਕੀ ਹੈ ਐਡੀਸ਼ਨਲ ਐਬਿਲਿਟੀ ਆ ਸੈਲਫ ਕੌਨਸ਼ੀਅਸਨੈਸ ਦੀ। ਦੇਅਰਫੋਰ ਕੌਨਸ਼ੀਅਸਨੈਸ ਕੈਨ ਆਲਸੋ ਸੈਡ ਟੂ ਬੀ ਅ ਡਿਫਾਈਨਿੰਗ ਪ੍ਰੋਪਰਟੀ ਆਫ ਲਿਵਿੰਗ ਆਰਗੇਨਿਜ਼ਮਸ। ਸੋ ਅਸੀਂ ਕਹਿ ਸਕਦੇ ਹਾਂ ਕੀ ਹੈ ਇਹ ਵੀ ਇੱਕ ਡਿਫਾਈਨਿੰਗ ਪ੍ਰੋਪਰਟੀ ਹੈ ਲਿਵਿੰਗ ਆਰਗੇਨਿਜ਼ਮਸ ਦੀ। ਹਾਊਐਵਰ ਇਨ ਹਿਊਮਨ ਬੀਇੰਗਸ ਇਟ ਇਜ਼ ਮੋਰ ਡਿਫਿਕਲਟ to define living state. For example, patients laying in coma, supporting by machines that replace heart and lungs, are brain dead with no self consciousness। So students देखो ਅਸੀਂ ਕੀ ਕਹਿ ਸਕਦੇ ਹਾਂ ਅਗਰ ਕੋਈ ਪਰਸਨ ਹੈ ਪੇਸ਼ੈਂਟ ਹੈ ਕੋਮਾ ਦੇ ਵਿੱਚ ਹੈ ਦੈਨ ਕੀ ਆ ਅਸੀਂ ਮਤਲਬ ਕਿ ਬਾਏ ਮਸ਼ੀਨਸ ਦੇ ਜ਼ਰੀਏ ਜਿਹੜਾ ਹੈਗਾ ਵਾ ਉਹਨੂੰ ਮਸ਼ੀਨ ਦੇ ਜ਼ਰੀਏ ਅਸੀਂ ਰਿਪਲੇਸ ਕਰ ਸਕਦੇ ਹਾਂ ਹਾਰਟ ਐਂਡ ਲੰਗਸ ਐਂਡ ਆਰ ਬ੍ਰੇਨ ਡੈਡ ਵਿਦ ਨੋ ਸੈਲਫ ਕੌਨਸ਼ੀਅਸਨੈਸ। ਬਾਈ ਚਾਂਸ ਉਹਨਾਂ ਦਾ ਜੇ ਬ੍ਰੇਨ ਚੱਲ ਰਿਹਾ ਤਾਂ ਸਾਰੀ ਬੋਡੀ ਚੱਲ ਰਹੀ ਹੈ ਅਦਰਵਾਈਜ਼ ਅਗਰ ਬ੍ਰੇਨ ਕੰਮ ਨਹੀਂ ਕਰ ਰਿਹਾ ਦੈਨ ਕੀ ਹੋਏਗਾ ਮਤਲਬ ਸੈਲਫ ਕੌਨਸ਼ੀਅਸਨੈਸ ਨਹੀਂ ਹੋਏਗੀ। ਸੋ ਨੈਕਸਟ ਇਜ਼ ਦਾ ਬੋਡੀ ਆਰਗੇਨਾਈਜੇਸ਼ਨ। ਬੋਡੀ ਆਰਗੇਨਾਈਜੇਸ਼ਨ ਅਸੀਂ ਕਹਿੰਦੇ ਹਾਂ ਆਲ ਦਾ ਲਿਵਿੰਗ ਆਰਗੇਨਿਜ਼ਮਸ ਜਿਹੜੇ ਹੈਗੇ ਨੇ ਬੇਸਿਕ ਸੈਲਸ ਤੋਂ ਮਿਲ ਕੇ ਬਣੇ ਹੋਏ ਨੇ। ਸੈਲਸ ਵੀ ਕਿਹਦੇ ਤੋਂ ਮਿਲ ਕੇ ਸਮ ਸ਼ਾਰਟ ਜਿਹੜੀਆਂ ਹੈਗੀਆਂ ਨੇ ਬੇਸਿਕ ਪ੍ਰੋਪਰਟੀਜ਼ ਨੇ ਲਾਈਕ ਅਸੀਂ ਫਿਜ਼ੀਕਲ ਹੈਰੀਟੇਜ ਦੀ ਗੱਲ ਕਰਦੇ ਹਾਂ ਮੀਨਸ ਨੋਨ ਲਿਵਿੰਗ ਥਿੰਗਸ ਨੇ ਲਾਈਕ ਪ੍ਰੋਟੋਨਸ ਨਿਊਟਰੋਨਸ ਐਂਡ ਇਲੈਕਟ੍ਰੋਨਸ ਮਿਲ ਕੇ ਕੀ ਬਣਾਉਂਦੇ ਨੇ ਐਟਮ ਬਣਾਉਂਦੇ ਨੇ। ਐਟਮਸ ਨੋਨ ਲਿਵਿੰਗ ਦੇ ਵਿੱਚ ਆ ਜਾਂਦੇ ਨੇ ਦੈਨ ਐਟਮਸ ਮਿਲ ਕੇ ਕੰਪਾਊਂਡਸ ਫਾਰਮ ਕਰਦੇ ਨੇ। ਕੰਪਾਊਂਡਸ ਤੋਂ ਬਾਅਦ ਨੋਨ ਲਿਵਿੰਗ ਮਟੀਰੀਅਲ ਫਾਰਮ ਹੁੰਦਾ ਵਾ ਲਾਈਕ ਸੈਲਸ ਐਂਡ ਸੈਲਸ ਮਿਲ ਕੇ ਕੀ ਬਣਾਉਂਦੇ ਨੇ ਟਿਸ਼ੂਜ਼ ਦੈਨ ਔਰਗਨਸ ਐਂਡ ਦੈਨ ਔਰਗਨ ਸਿਸਟਮ ਨੈਕਸਟ ਕੀ ਫਾਰਮ ਹੋ ਜਾਂਦਾ ਵਾ ਆਰਗੇਨਿਜ਼ਮ ਫਾਰਮ ਹੋ ਜਾਂਦਾ। ਇਸ ਤਰੀਕੇ ਨਾਲ ਜਿਹੜੇ ਹੈਗੇ ਨੋਨ ਲਿਵਿੰਗ ਵਰਡ ਤੋਂ ਹੀ ਕੀ ਆ ਲਿਵਿੰਗ ਵਰਡ ਜਿਹੜਾ ਹੈਗਾ ਪ੍ਰੋਡਿਊਸ ਹੁੰਦਾ ਵਾ। Some other characteristics of living organisms ਦੀ ਗੱਲ ਕरें we have discussed some important and defining characteristics of living things. However, organisms also have many other features that differentiate them from non-living things। ਹਾਂਜੀ ਸਟੂਡੈਂਟਸ ਅਸੀਂ ਮਤਲਬ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਨੇ ਡਿਫਾਈਨਿੰਗ ਪ੍ਰੋਪਰਟੀਜ਼ ਬਾਰੇ ਪੜ੍ਹਿਆ ਐਂਡ ਜੋ ਇਹੀ ਮਤਲਬ ਕਿ ਜਿਹੜੀਆਂ ਸਮ ਜਿਹੜੇ ਹੈਗੇ ਨੇ ਕਰੈਕਟਰਸ ਨੇ ਜਿਹੜੇ ਲਿਵਿੰਗ ਵਰਲਡ ਨੂੰ ਨੋਨ ਲਿਵਿੰਗ ਥਿੰਗਸ ਨਾਲੋਂ ਡਿਫਰੈਂਟ ਕਰਦੇ ਨੇ। ਸੋ ਸਮ ਅਨਦਰ ਫੀਚਰਸ ਨੇ ਸਚ ਐਜ਼ ਸ਼ੇਪ ਐਂਡ ਸਾਈਜ਼ ਹੋ ਗਿਆ ਲਾਈਫ ਸਾਈਕਲ ਹੋ ਗਿਆ मूवमेंट्स हो गया सेल्फ रेगुलेशंस वेरिएशंस हो गया अडेप्टेशंस हो गया हीलिंग होगी एंड रिपेयर होगी एक्सक्रीशन एंड डेथ आल्सो फीचर्स और characteristics of living organisms। Thank you students।